ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਪਤਾ ਹੋਏਗਾ ਕਿ ਬੀਤੇ ਸੋਮਵਾਰ ਵਾਲੇ ਦਿਨ 21 ਤਰੀਕ ਨੂੰ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਸੀ। 21 ਫਰਵਰੀ 1921 ਨੂੰ, ਜਿਸ ਵਿੱਚ ਭਾਈ ਲਛਮਣ ਸਿੰਘ, ਭਾਈ ਦਲੀਪ ਸਿੰਘ ਤੇ ਉਹਨਾਂ ਦੇ ਨਾਲ ਦੇ ਉਹਨਾਂ ਦੇ ਸਾਥੀ ਕੁਝ ਵਿਦਵਾਨਾਂ ਨੇ 130 ਉਹਨਾਂ ਦੀ ਗਿਣਤੀ ਲਿਖੀ ਏ, ਕੁਝ ਇਤਿਹਾਸਕਾਰਾਂ ਨੇ 180 ਲਿਖੀ ਏ। ਸੋ ਇਹ ਗਿਣਤੀ ਵੱਖਰੀ ਵੱਖਰੀ ਹੈ, ਲੇਕਿਨ 100 ਤੋਂ ਵੱਧ ਸਿੰਘ ਸ਼ਹੀਦ ਹੋਏ ਸਨ। ਉਸ ਵਕਤ ਜਨਮ ਸਥਾਨ ਨਨਕਾਣਾ ਸਾਹਿਬ ਜੀ ਦਾ, ਜੋ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਉਸ ਗੁਰਦੁਆਰੇ ਉੱਤੇ ਕਾਬਜ਼ ਸੀ ਮਹੰਤ ਨਰਾਇਣ ਦਾਸ, ਜਿਸ ਨੇ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਸੀ ਰਹਿਣ ਦਿੱਤਾ, ਸਗੋਂ ਉਸਨੇ ਇੱਕ ਅਯਾਸ਼ੀ ਦਾ ਅੱਡਾ ਬਣਾ ਲਿਆ ਹੋਇਆ ਸੀ। ਉਸ ਨੂੰ ਸਮਝਾਉਣ ਵਾਸਤੇ, ਉਸ ਨੂੰ ਇਹ ਗੱਲ ਆਖਣ ਲਈ ਕਿ ਤੂੰ ਇਹੋ ਜਿਹੇ ਮਾੜੇ ਕਰਮ ਗੁਰੂ ਘਰ ਦੇ ਅੰਦਰ ਨਾ ਕਰਿਆ ਕਰ, ਉਹਨੂੰ ਸਮਝਾਉਣ ਬੁਝਾਉਣ ਲਈ ਹੀ ਸਿੱਖਾਂ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਉੱਥੇ ਜਾਇਆ ਜਾਏ ਤੇ ਉਹਨੂੰ ਇਹ ਗੱਲ ਸਮਝਾਈ ਜਾਏ। ਪਰ ਉਸਨੇ, ਉਹ ਜਿਹੜੇ ਸ਼ਾਂਤੀਪੂਰਵਕ ਸਿੰਘ ਅੰਦਰ ਗਏ, ਅੰਦਰ ਜਾਂਦਿਆਂ ਉੱਤੇ ਹੀ ਉਸਨੇ ਜੋ ਗੁਰਦੁਆਰੇ ਦੇ ਅੰਦਰ ਆਪਣੇ ਪਾਲਤੂ ਗੁੰਡੇ ਰੱਖੇ ਸਨ, ਕੁਝ ਉਹਨੇ ਜੇਲ੍ਹ ਵਿੱਚੋਂ ਬਦਮਾਸ਼ ਕਢਾ ਕੇ ਲਿਆਂਦੇ ਸਨ, ਜਿਨ੍ਹਾਂ ਸਾਰਿਆਂ ਨੇ ਮਿਲ ਕੇ ਸਿੱਖ ਸੰਗਤ ਦੇ ਉੱਤੇ ਗੋਲੀਆਂ ਚਲਾਈਆਂ। ਉਹਨਾਂ ਨੂੰ ਗੰਡਾਸਿਆਂ, ਕੁਹਾੜਿਆਂ ਤੇ ਨੇਜਿਆਂ ਦੇ ਨਾਲ ਸ਼ਹੀਦ ਕੀਤਾ ਗਿਆ। ਭਾਈ ਲਛਮਣ ਸਿੰਘ ਅਜੇ ਜਿਉਂਦਾ ਸੀ ਜਦੋਂ ਉਹਨੂੰ ਜੰਡ ਨਾਲ ਬੰਨ੍ਹ ਕੇ ਤੇ ਉਹਨੂੰ ਅੱਗ ਲਾ ਕੇ ਸਾੜਿਆ ਗਿਆ ਆਖੀਏ, ਜਾਂ ਸ਼ਹੀਦ ਕਰ ਦਿੱਤਾ ਗਿਆ ਆਖੀਏ। ਯਾਨੀ ਇਹ ਸਾਕਾ ਜਿਹੜਾ ਹੈ ਬੜਾ ਹੀ ਦਰਦਨਾਕ ਸਾਕਾ ਵਾਪਰਿਆ ਸੀ। ਅਰਦਾਸ ਵਿੱਚ ਆਪਾਂ ਹਮੇਸ਼ਾ ਹਰ ਰੋਜ਼ ਜਦੋਂ ਵੀ ਕੋਈ ਸਿੱਖ ਅਰਦਾਸ ਕਰਦਾ ਹੈ, ਉਹਨਾਂ ਸਿੰਘਾਂ ਤੇ ਸਿੰਘਣੀਆਂ ਦਾ ਅਸੀਂ ਧਿਆਨ ਧਰਦੇ ਹਾਂ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹਨਾਂ ਦੀ ਉਸ ਸ਼ਹਾਦਤ ਨੂੰ ਯਾਦ ਕਰਕੇ ਅਸੀਂ ਮੁਖ ਤੋਂ ਵਾਹਿਗੁਰੂ ਬੋਲਦੇ ਹਾਂ। ਸੋ ਅੱਜ ਉਹਨਾਂ ਸਾਰੇ ਹੀ ਸ਼ਹੀਦਾਂ ਅੱਗੇ, ਉਹਨਾਂ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਲੇਕਿਨ ਸੇਵਾ ਸੰਭਾਲ ਨੂੰ ਉਹਨਾਂ ਨੇ ਬਰਕਰਾਰ ਕੀਤਾ ਜਾਂ ਰੱਖਿਆ। ਸੋ ਆਓ ਅੱਜ ਦੀ ਵਿਚਾਰ ਆਪਾਂ ਪ੍ਰਾਰੰਭ ਕਰਦੇ ਹਾਂ। ਅੱਜ ਆਪਾਂ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 66 ਤੋਂ ਲੈ ਕੇ 69 ਤੱਕ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਿਛਲੀ ਕਥਾ ਵਿੱਚ ਆਪਾਂ ਸ਼ਲੋਕ ਨੰਬਰ 65 ਤੱਕ ਸਮਝ ਲਿਆ ਸੀ। ਸ਼ਲੋਕ ਨੰਬਰ 66 ਅੰਦਰ
ਫਰੀਦ ਸਾਹਿਬ ਸਾਨੂੰ ਇਸ ਦੁਨੀਆ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਕੇ ਕੁਝ ਸਮਝਾਉਣਾ ਚਾਹੁੰਦੇ ਨੇ। ਉਹ ਆਖਦੇ ਨੇ, ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਭਰਿਆ ਵੀ ਚੱਲ ਸੀ, ਥੱਕੇ ਕਵਲ ਇਕੱਲ। ਚੱਲ ਚੱਲ ਗਈਆਂ ਪੰਖੀਆਂ ਤੋਂ ਭਾਵ ਇੱਥੇ ਹੈ ਪੰਛੀਆਂ ਦੀਆਂ ਡਾਰਾਂ। ਤੇ ਉਹ ਪੰਛੀਆਂ ਦੀਆਂ ਡਾਰਾਂ ਕਿਹੜੀਆਂ ਹਨ? ਆਪਾਂ ਸਾਰੇ ਜੀਵ। ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਲਿਖੇ ਨੇ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਉੱਥੇ ਗੁਰੂ ਜੀ ਨੇ ਇਸ ਸੰਸਾਰ ਨੂੰ ਇੱਕ ਦਰਖਤ ਦੀ ਤਰ੍ਹਾਂ ਮੰਨਿਆ ਹੈ ਤੇ ਇਸ ਸੰਸਾਰ ਰੂਪੀ ਦਰਖਤ ਉੱਤੇ ਅਸੀਂ ਸਾਰੇ ਜੀਵ ਜਿੰਨੇ ਵੀ ਸਾਹ ਲੈਂਦੇ ਹਾਂ ਇਸ ਬ੍ਰਹਿਮੰਡ ਦੇ ਅੰਦਰ, ਉਹ ਸਾਰੇ ਜੀਵ ਮਾਨੋ ਪੰਛੀਆਂ ਦੀ ਨਿਆਈ ਇੱਥੇ ਇਕੱਠੇ ਹੋਏ ਨੇ ਇਸ ਰੁੱਖ ਹੇਠਾਂ। ਜਿਵੇਂ ਜਿਵੇਂ ਕਿਸੇ ਦੀ ਉਮਰ ਦਾ ਸਮਾਂ ਪੂਰਾ ਹੋ ਜਾਂਦਾ ਹੈ, ਤਿਵੇਂ ਤਿਵੇਂ ਉਹ ਜੀਵ ਰੂਪ ਪੰਛੀ ਇਸ ਸੰਸਾਰ ਰੂਪੀ ਰੁੱਖ ਤੋਂ ਉਡਾਰੀ ਮਾਰ ਕੇ ਚਲੇ ਜਾਂਦੇ ਨੇ। ਜਾਂਦੇ ਕਿੱਥੇ ਨੇ ਇਹ ਤੇ ਆਪਾਂ ਨੂੰ ਨਹੀਂ ਪਤਾ। ਗੁਰਬਾਣੀ ਵੀ ਸਾਨੂੰ ਇਹੋ ਹੀ ਗੱਲ ਸਮਝਾਉਂਦੀ ਹੈ ਕਿ ਪਤਾ ਨਹੀਂ ਉਹ ਕਿੱਥੇ ਜਾ ਕੇ ਸਮਾ ਜਾਂਦੇ ਨੇ। ਉਹ ਜੀਵ ਜਿਹੜੇ ਸੰਸਾਰ ਵਿੱਚ ਇੱਕ ਵਕਤ ਵੇਖਣ ਨੂੰ ਮਿਲਦੇ ਨੇ, ਇੱਕ ਵਕਤ ਆਉਂਦਾ ਉਹ ਸਰੀਰ ਰੂਪੀ ਚੋਲਾ ਛੱਡ ਕੇ ਚਲੇ ਜਾਂਦੇ ਨੇ, ਫਿਰ ਕਦੀ ਇਸ ਦੁਨੀਆ ਵਿੱਚ ਉਹਨਾਂ ਦੇ ਦੁਬਾਰਾ ਦਰਸ਼ਨ ਨਹੀਂ ਹੁੰਦੇ ਸਰੀਰ ਕਰਕੇ। ਉਹ ਕਿੱਥੇ ਜਾ ਕੇ ਸਮਾ ਜਾਂਦੇ ਨੇ। ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੇ। ਇਸ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ ਕਿ ਉਹ ਕਿੱਥੇ ਜਾ ਕੇ ਲੀਨ ਹੋ ਜਾਂਦੇ ਨੇ, ਅਗਲੀਆਂ ਜੂਨੀਆਂ ਵਿੱਚ ਚਲੇ ਜਾਂਦੇ ਨੇ, ਜਾਂ ਉਹਨਾਂ ਦਾ ਕੀ ਬਣਦਾ ਹੈ। ਜਿਹੜੇ ਲੋਕ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਇਉਂ ਲੱਗਦਾ ਕਿ ਲੋਕਾਂ ਨੂੰ ਉਹ ਗੁੰਮਰਾਹ ਕਰ ਰਹੇ ਹੁੰਦੇ ਨੇ। ਨਾ ਤੇ ਅੱਜ ਤੱਕ ਅੱਗੋਂ ਕਿਸੇ ਨੇ ਆ ਕੇ ਇਹ ਗੱਲ ਦੱਸੀ ਏ ਕਿ ਮੈਂ ਫਲਾਣੀ ਜਗ੍ਹਾ ਤੇ ਹਾਂ ਹੁਣ। ਤੇ ਜਿਹੜੇ ਲੋਕ ਕਹਿ ਰਹੇ ਹੁੰਦੇ ਨੇ ਕਿ ਉਹ ਫਲਾਣੀ ਥਾਂ ਤੇ ਚਲਾ ਗਿਆ, ਉਹ ਅਗਲੀ ਜੂਨੀ ਵਿੱਚ ਚਲਾ ਗਿਆ, ਪਤਾ ਉਹਨਾਂ ਨੂੰ ਵੀ ਨਹੀਂ ਹੁੰਦਾ। ਉਹ ਵੀ ਇੱਕ ਅੰਦਾਜ਼ਾ ਹੀ ਲਗਾ ਰਹੇ ਹੁੰਦੇ ਨੇ। ਸੋ ਇੱਥੇ ਅੰਦਾਜ਼ਿਆਂ ਨਾਲ ਗੱਲ ਬਣਨ ਵਾਲੀ ਨਹੀਂ। ਸੱਚਾਈ ਇਹੋ ਹੀ ਹੈ ਕਿ ਕਿਸੇ ਨੂੰ ਕੋਈ ਨਹੀਂ ਪਤਾ, ਬਸ ਇਹੋ ਹੀ ਰਹੱਸ ਹੈ ਉਸ ਪਰਮਾਤਮਾ ਦੀ ਇਸ ਪੂਰੀ ਕਾਇਨਾਤ ਦੇ ਅੰਦਰ। ਇਹ ਜੀਵ ਆਏ ਕਿੱਥੋਂ ਨੇ ਤੇ ਇਹਨਾਂ ਨੇ ਜਾਣਾ ਕਿੱਥੇ ਆ। ਕਈ ਆਖਣਗੇ ਜੀ ਉਹ ਕਰਮਾਂ ਦਾ ਹਿਸਾਬ ਕਿਤਾਬ ਹੈ, ਕਰਮਾਂ ਕਰਕੇ ਜੀਵ ਆਏ ਨੇ, ਫਿਰ ਕਰਮ ਭੁਗਤਣ ਲਈ ਇੱਥੇ ਆ ਜਾਂਦੇ ਨੇ। ਤੇ ਗੁਰੂ ਜੀ ਇੱਕ ਸਵਾਲ ਖੜਾ ਕਰਦੇ ਨੇ ਗੁਰਬਾਣੀ ਵਿੱਚ ਕਿ ਜਦੋਂ ਇਸ ਧਰਤੀ ਦੇ ਉੱਤੇ ਜੀਵ ਨਹੀਂ ਸਨ ਤੇ ਇੱਕ ਵਕਤ ਹੋਇਆ ਕਿ ਜੀਵ ਪੈਦਾ ਹੋ ਗਏ, ਉਹ ਇਹਨਾਂ ਨੇ ਕਿਹੜਾ ਕਰਮ ਕੀਤਾ ਜਿਸ ਕਰਕੇ ਪੈਦਾ ਹੋਏ, ਜਦੋਂ ਕੁਝ ਹੈ ਹੀ ਨਹੀਂ ਸੀ। ਜਦੋਂ ਨਾ ਚੰਦ ਸੀ, ਨਾ ਸਿਤਾਰੇ ਸਨ, ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਜਲ ਸੀ, ਨਾ ਵਾਯੂ ਸੀ। ਵਾਹਿਗੁਰੂ ਜੀ ਨੇ ਬ੍ਰਹਿਮੰਡੀ ਰਚਨਾ ਰਚ ਦਿੱਤੀ, ਉਹਦੇ ਵਿੱਚ ਫਿਰ ਜੀਅ ਪੈਦਾ ਹੋਏ। ਇਹਨਾਂ ਜੀਵਾਂ ਨੇ ਉਹ ਕਿਹੜਾ ਕਰਮ ਕੀਤਾ ਸੀ ਜਿਸ ਕਰਕੇ ਪੈਦਾ ਹੋਏ? ਕਿਸੇ ਕੋਲੇ ਦਾ ਕੋਈ ਜਵਾਬ ਨਹੀਂ। ਇਸੇ ਨੂੰ ਹੀ ਰਹੱਸਵਾਦ ਆਖੀਦਾ ਹੈ। ਬਸ ਇਹ ਸਾਡੇ ਕੁਝ ਅੰਦਾਜ਼ੇ ਨੇ, ਕੁਝ ਅਸੀਂ ਗੈਸ ਕਰਦੇ ਹਾਂ
ਤੇ ਉਹਦੇ ਮੁਤਾਬਕ ਅਸੀਂ ਬਿਆਨਬਾਜ਼ੀ ਕਰਦੇ ਰਹਿੰਦੇ ਹਾਂ, ਲੇਕਿਨ ਸੱਚਾਈ ਇਹ ਹੈ ਕਿ ਕਿਸੇ ਨੂੰ ਕੁਝ ਨਹੀਂ ਪਤਾ। ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ। ਤਲ ਦਾ ਮਤਲਬ ਹੁੰਦਾ ਹੈ ਜੀ ਸਰੋਵਰ ਜਾਂ ਤਲਾਬ। ਇਸ ਤਲਾਬ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਆਖਿਆ ਹੋਇਆ ਹੈ ਕਿ ਅਸੀਂ ਸਾਰੇ ਜੀਵ ਮਾਨੋ ਇਸ ਸੰਸਾਰ ਰੂਪ ਸਰੋਵਰ ਦੇ ਵਿੱਚ ਰਹਿੰਦੇ ਹਾਂ। ਜਿੰਨੀ ਵਸਾਏ ਤਲ, ਅਸੀਂ ਸਾਰੇ ਜੀਵ ਰੂਪ ਪੰਛੀ ਜਿਨ੍ਹਾਂ ਨੇ ਸੰਸਾਰ ਰੂਪ ਸਮੁੰਦਰ ਨੂੰ, ਸਰੋਵਰ ਨੂੰ ਵਸਾਇਆ ਹੋਇਆ ਹੈ। ਅਸੀਂ ਇਸ ਨੂੰ ਸੋਹਣਾ ਵੀ ਬਣਾਇਆ ਤੇ ਇਸ ਨੂੰ ਅਸੋਹਣਾ ਵੀ ਬਣਾਇਆ ਹੈ, ਦੋਵੇਂ ਤਰ੍ਹਾਂ ਨਾਲ। ਪਰ ਫਰੀਦ ਜੀ ਆਖਦੇ ਨੇ ਉਹ ਜਿਨ੍ਹਾਂ ਨੇ ਸੋਹਣਾ ਤਲ ਵਸਾਇਆ ਸੀ, ਇਹ ਬੜਾ ਸੋਹਣਾ ਸੰਸਾਰ ਵਸਾਇਆ ਸੀ ਜਿਨ੍ਹਾਂ ਜੀਵਾਂ ਨੇ, ਉਹਨਾਂ ਜੀਵਾਂ ਦੀਆਂ ਡਾਰਾਂ ਵੇਖੀਆਂ ਨੇ, ਆਈਆਂ ਨੇ ਤੇ ਚਲੀਆਂ ਗਈਆਂ ਨੇ। ਫਿਰ ਆਖਦੇ ਨੇ ਫਰੀਦਾ ਸਰ ਭਰਿਆ ਵੀ ਚੱਲ ਸੀ। ਇਹ ਜਿਹੜਾ ਸਰੋਵਰ ਹੈ, ਇਹ ਜਿਹੜਾ ਸੰਸਾਰ ਹੈ, ਜੀਵਾਂ ਦੇ ਨਾਲ ਭਰਿਆ ਹੋਇਆ ਹੈ। ਇਸ ਨੇ ਵੀ ਚਲਿਆ ਜਾਣਾ ਹੈ। ਇਹ ਸੰਸਾਰ ਵੀ ਸਦਾ ਨਹੀਂ ਰਹਿਣ ਵਾਲਾ। ਇਹ ਬੜੀ ਵਾਰੀ ਕੁਦਰਤ ਵਿੱਚ ਇਹ ਪਲੈਨਟਸ ਬਣਦੇ ਨੇ, ਉਹਨਾਂ ਉੱਤੇ ਜੀਵ ਪੈਦਾ ਹੁੰਦੇ ਨੇ। ਇਹ ਫਿਰ ਜਿਹੜੇ ਗ੍ਰਹਿ ਨੇ ਖਤਮ ਹੋ ਜਾਂਦੇ ਨੇ, ਨਾਲ ਹੀ ਜੀਵ ਖਤਮ ਹੋ ਜਾਂਦੇ ਨੇ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਬਸ ਇਹੋ ਹੀ ਅਚਰਜਤਾ ਵਾਲੀ ਕਹਾਣੀ ਹੈ ਜਿਹਨੂੰ ਸਮਝਿਆ ਨਹੀਂ ਜਾ ਸਕਣਾ, ਕਿਉਂਕਿ ਏਡੀ ਵੱਡੀ ਰਚਨਾ ਹੈ। ਜਿੱਥੋਂ ਤੱਕ ਜਿਵੇਂ ਲਾਈਟ ਜਿਹੜੀ ਇਹਦੀ ਬੜੀ ਵੱਡੀ ਸਪੀਡ ਹੈ, ਤੇ ਇਸ ਦੀ ਸਪੀਡ ਦੇ ਨਾਲ ਜਿਹੜੇ ਲਾਈਟ ਈਅਰ ਬਣਦੇ ਨੇ, ਉਹ ਹਜ਼ਾਰਾਂ ਲਾਈਟ ਈਅਰ ਕੋਈ ਚੱਲਦਾ ਰਵੇ ਤਾਂ ਵੀ ਇਸ ਬ੍ਰਹਿਮੰਡੀ ਰਚਨਾ ਦਾ ਅੰਤ ਨਹੀਂ ਪਾ ਸਕਦਾ। ਤੇ ਆਪਾਂ ਕਿਸ ਬਾਗ ਦੀ ਮੂਲੀਆਂ ਕਿ ਉੱਠ ਕੇ ਗੱਲ ਕਰੀਏ ਜੀ ਇਸ ਤਰ੍ਹਾਂ ਧਰਤੀ ਬਣੀ, ਇਸ ਤਰ੍ਹਾਂ ਚੰਦ ਬਣਿਆ, ਇਸ ਤਰ੍ਹਾਂ ਸਿਤਾਰੇ ਬਣੇ। ਹਾਂ, ਅੰਦਾਜ਼ੇ ਲਗਾਉਂਦੇ ਹਾਂ ਅਸੀਂ, ਉਹ ਚੰਗੀ ਗੱਲ ਏ। ਕੁਛ ਨਾ ਕੁਛ ਸਾਨੂੰ ਆਈਡੀਆਜ਼ ਮਿਲਦੇ ਨੇ, ਉਹ ਚੰਗਾ ਏ। ਮਨੁੱਖ ਜਾਤੀ ਦੇ ਭਲੇ ਲਈ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਸ ਬ੍ਰਹਿਮੰਡ ਦੇ ਵਿੱਚੋਂ ਖੋਜੀਆਂ ਨੇ, ਜਿਨ੍ਹਾਂ ਦੇ ਆਧਾਰ 'ਤੇ ਸਾਡਾ ਜੀਵਨ ਬੜਾ ਸੁਖਾਵਾਂ ਚੱਲ ਰਿਹਾ ਹੈ। ਉਹ ਇੱਕ ਵੱਖਰੀ ਗੱਲ ਏ। ਸੋ ਫਰੀਦ ਸਾਹਿਬ ਆਖਦੇ ਨੇ ਜਿਹੜਾ ਭਰਿਆ ਹੋਇਆ ਸੰਸਾਰ ਹੈ ਨਾ ਜੀਵਾਂ ਦੇ ਨਾਲ, ਇਹਨਾਂ ਜੀਵਾਂ ਨੇ ਵੀ ਚਲਿਆ ਜਾਣਾ ਤੇ ਇਸ ਸਰੋਵਰ ਰੂਪੀ ਸੰਸਾਰ ਨੇ ਵੀ ਚਲਿਆ ਜਾਣਾ। ਥੱਕੇ ਕਵਲ ਇਕੱਲ, ਕਮਲ ਦਾ ਮਤਲਬ ਇੱਥੇ ਹੈ ਜਿਹੜੇ ਕਮਲ ਫੁੱਲ ਹੁੰਦੇ ਨੇ। ਤੇ ਕਮਲ ਫੁੱਲ ਦੀ ਤਰਜੀਹ ਜਦੋਂ ਗੁਰੂ ਸਾਹਿਬ ਦਿੰਦੇ ਨੇ ਬਾਣੀ ਵਿੱਚ, ਇਹਦੇ 2-3 ਅਰਥ ਹੁੰਦੇ ਨੇ। ਇੱਕ ਤੇ ਹੁੰਦਾ ਹੈ ਕਿ ਉਹ ਹਮੇਸ਼ਾ ਖੁਸ਼ਬੂ ਦਿੰਦੇ ਨੇ। ਇੱਕ ਹੁੰਦਾ ਹੈ ਉਹਨਾਂ ਵਿੱਚ ਸੁੰਦਰਤਾ ਬੜੀ ਹੁੰਦੀ ਹੈ। ਇੱਕ ਹੁੰਦਾ ਹੈ ਉਹਨਾਂ ਵਿੱਚ ਕੋਮਲਤਾ ਹੁੰਦੀ, ਉਹਨਾਂ 'ਚ ਸਖਤਪਣਾ ਨਹੀਂ ਹੁੰਦਾ। ਸੋ ਇਹ 3-4 ਗੁਣ ਹੁੰਦੇ ਨੇ ਕਮਲ ਦੇ ਅੰਦਰ, ਫੁੱਲਾਂ ਦੇ ਅੰਦਰ। ਤੇ ਇੱਥੇ ਕਮਲ ਦੀ ਤਸ਼ਬੀਹ ਜਿਹੜੀ ਹੈ ਇਹ ਸਾਧੂ ਸੰਤਾਂ ਦੇ ਨੂੰ ਧਿਆਨ ਵਿੱਚ ਰੱਖਦਿਆਂ ਲਈ ਗਈ ਹੈ ਕਿ ਇਸ ਸੰਸਾਰ ਵਿੱਚ ਨਾਮ ਰਹਿਓ, ਸਾਧੂ ਰਹਿਓ ਗੁਰ ਗੋਬਿੰਦ। ਬਾਕੀ ਸਭ ਜੀਵ ਚਲੇ ਜਾਣਗੇ, ਪਤਾ ਨਹੀਂ ਕਿੱਥੇ ਸਮਾ ਜਾਣਗੇ, ਬ੍ਰਹਿਮੰਡ ਵੀ ਖਤਮ ਹੋ ਜਾਏਗਾ, ਪਰ ਪਰਮੇਸ਼ਵਰ ਦਾ ਨਾਮ, ਉਸ ਦੇ ਪੈਦਾ ਕੀਤੇ ਹੋਏ ਸੰਤ ਜਨ ਤੇ ਪਰਮੇਸ਼ਵਰ ਆਪ, ਇਹ ਹਮੇਸ਼ਾ ਰਹਿੰਦੇ ਨੇ। ਸਾਧੂ ਲੋਕ ਉਹਦੇ ਵਿੱਚ ਸਮਾ ਜਾਂਦੇ ਨੇ। ਜਦੋਂ ਉਹਦੀ ਮੌਜ ਹੁੰਦੀ ਉਹਨਾਂ ਨੂੰ ਫਿਰ ਸੰਸਾਰ ਤੇ ਜਾਂ
ਕਿਸੇ ਵੀ ਪਲੈਨਟ ਤੇ ਕੋਈ ਅਸੀਂ ਇੱਕੋ ਹੀ ਧਰਤੀ ਨਹੀਂ ਮੰਨ ਕੇ ਚੱਲਦੇ ਕਿ ਬਸ ਬ੍ਰਹਿਮੰਡ ਵਿੱਚ ਇੱਕੋ ਹੀ ਧਰਤੀ ਹੈ ਜਿੱਥੇ ਜੀਵ ਪੈਦਾ ਹੋਏ ਨੇ। ਅਸਲ ਵਿੱਚ ਧਰਤੀਆਂ ਵੀ ਅਰਬਾਂ ਖਰਬਾਂ ਤੋਂ ਗਿਣਤੀ ਵੱਧ ਹੈ ਜਿੱਥੇ ਜੀਵ ਹਨ। ਭਾਵੇਂ ਜੇ ਸਾਨੂੰ ਨਾ ਪਤਾ ਲੱਗਾ ਹੋਵੇ, ਪਰ ਗੁਰਬਾਣੀ ਇਸ ਗੱਲ ਨੂੰ ਮੰਨਦੀ ਏ ਕਿ ਇਹਦਾ ਕੋਈ ਅੰਤ ਨਹੀਂ, ਇਹ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਸੋ ਉਹ ਜਿਹੜੇ ਸਾਧੂ ਲੋਕ ਹੁੰਦੇ ਨੇ ਉਹਨਾਂ ਨੂੰ ਪਰਮੇਸ਼ਵਰ, ਜਿਵੇਂ ਭਾਈ ਗੁਰਦਾਸ ਨੇ ਲਿਖਿਆ ਹੈ ਨਾ ਕਿ ਜਦੋਂ ਧਰਤੀ ਦੇ ਜੀਵਾਂ ਦੀ ਪੁਕਾਰ ਪਰਮਾਤਮਾ ਨੇ ਸੁਣੀ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਧਰਤੀ ਉੱਤੇ ਭੇਜਿਆ। ਗੁਰੂ ਨਾਨਕ ਜਗ ਮਾਹੇ ਪਠਾਇਆ, ਪਠਾਇਆ ਦਾ ਮਤਲਬ ਹੁੰਦਾ ਭੇਜਿਆ ਗਿਆ। ਸੋ ਇਸ ਤਰ੍ਹਾਂ ਸਾਧੂ ਜਨਾਂ ਨੂੰ ਵਾਹਿਗੁਰੂ ਜੀ ਜਿੱਥੇ ਜਿੱਥੇ ਲੋੜ ਹੁੰਦੀ ਹੈ ਉੱਥੇ ਭੇਜਦੇ ਰਹਿੰਦੇ ਨੇ। ਸੋ ਇੱਥੇ ਇਹ ਗੱਲ ਦੱਸੀ ਗਈ ਹੈ ਕਿ ਸਾਧੂ ਜਨ ਰਹਿੰਦੇ ਨੇ, ਬਾਕੀ ਸਾਰਾ ਸੰਸਾਰ ਤੇ ਸੰਸਾਰ ਦੇ ਜੀਵ ਇਹ ਸਭ ਚਲੇ ਜਾਂਦੇ ਨੇ। ਫਿਰ ਜਦੋਂ ਮਾਲਕ ਦੀ ਮੌਜ ਹੁੰਦੀ ਏ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਦੋਂ ਮਾਲਕ ਦੀ ਮੌਜ ਹੁੰਦੀ ਏ, ਇਹ ਬ੍ਰਹਿਮੰਡੀ ਰਚਨਾ ਪੈਦਾ ਹੁੰਦੀ ਏ ਤੇ ਵਿੱਚ ਜੀਵ ਆ ਜਾਂਦੇ ਨੇ। ਜਦੋਂ ਆਪਣੀ ਆਕਰਸ਼ਣ ਸ਼ਕਤੀ ਨਾਲ ਖਿੱਚ ਕੇ ਆਪਣੇ ਵਿੱਚ ਇਹਨੂੰ ਸਮੋਹ ਲੈਂਦਾ ਹੈ, ਜਿਹਨੂੰ ਅੱਜ ਕੱਲ੍ਹ ਸਾਇੰਸ ਜਿਹੜੀ ਇਹ ਬਲੈਕ ਹੋਲ ਆਖਦੀ ਏ, ਉਹਦੇ ਵਿੱਚ ਕਰੋੜਾਂ ਅਰਬਾਂ ਖਰਬਾਂ ਇਹ ਧਰਤੀਆਂ ਚੰਦ ਸਿਤਾਰੇ ਗਰਕ ਹੋ ਸਕਦੇ ਨੇ ਤੇ ਪਤਾ ਵੀ ਨਾ ਲੱਗੇ ਕਿੱਥੇ ਚਲੇ ਗਏ ਨੇ। ਬਸ ਕੁਛ ਇਹੋ ਜਿਹਾ ਹੀ ਏ ਜੋ ਗੁਰਬਾਣੀ ਸਾਨੂੰ ਦੱਸ ਰਹੀ ਏ ਕਿ ਜਦੋਂ ਇਸ ਸਾਰੀ ਰਚਨਾ ਨੂੰ ਇਸ ਤਰ੍ਹਾਂ ਬਾਹਰ ਨੂੰ ਤੋਰਦਾ ਮਾਲਕ, ਉਦੋਂ ਇਹ ਸਭ ਕੁਛ ਇਸ ਤਰ੍ਹਾਂ ਦਾ ਬਣ ਜਾਂਦਾ ਜਿਵੇਂ ਸਾਨੂੰ ਹੁਣ ਨਜ਼ਰ ਆਉਂਦਾ ਹੈ। ਤੇ ਜਦੋਂ ਖਿੱਚ ਕੇ ਆਪਣੇ ਵਿੱਚ ਲੀਨ ਕਰ ਲੈਂਦਾ ਉਦੋਂ ਕੁਝ ਵੀ ਬਾਕੀ ਨਹੀਂ ਬਚਦਾ। ਇਹੋ ਹੀ ਗੱਲ ਫਰੀਦ ਸਾਹਿਬ ਸਾਨੂੰ ਸ਼ਲੋਕ ਨੰਬਰ 66 ਵਿੱਚ ਸਮਝਾਉਂਦੇ ਨੇ। 67 ਨੰਬਰ ਸ਼ਲੋਕ ਵਿੱਚ ਆਖਦੇ ਨੇ ਫਰੀਦਾ, ਇੱਟ ਸਿਰਹਾਣੇ ਭੋਏ ਸਵਨ ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ। ਇਸਲਾਮ ਦੇ ਅੰਦਰ ਜਿਵੇਂ ਹਿੰਦੂ ਸਮਾਜ ਵਿੱਚ, ਸਿੱਖ ਸਮਾਜ ਵਿੱਚ ਅਸੀਂ ਜਦੋਂ ਕੋਈ ਪੁਰਾਣੀ ਅਕਾਲ ਚਲਾਣਾ ਕਰ ਜਾਏ ਉਹਦੇ ਸਰੀਰ ਦਾ ਅਗਨ ਦਾ ਯਾਨੀ ਸੰਸਕਾਰ ਕਰ ਦਿੰਦੇ ਹਾਂ। ਇਸਲਾਮ ਮਤ ਵਿੱਚ, ਈਸਾਈ ਮਤ ਵਿੱਚ ਜਾਂ ਹੋਰ ਵੀ ਇੱਕ ਦੋ ਮਤ ਨੇ ਜਿਨ੍ਹਾਂ ਵਿੱਚ ਸਰੀਰ ਨੂੰ ਜ਼ਮੀਨ ਵਿੱਚ ਟੋਆ ਪੁੱਟ ਕੇ ਦਫਨ ਕਰ ਦਿੱਤਾ ਜਾਂਦਾ ਹੈ, ਦਬਾ ਦਿੱਤਾ ਜਾਂਦਾ ਹੈ। ਜਦੋਂ ਮ੍ਰਿਤਕ ਸਰੀਰ ਨੂੰ ਜ਼ਮੀਨ ਵਿੱਚ ਦਬਾ ਦਿੱਤਾ ਜਾਂਦਾ ਹੈ ਤੇ ਕੋਈ ਸਮਾਂ ਆਉਂਦਾ ਹੈ ਕਿ ਉਹਦੇ ਸਰੀਰ ਵਿੱਚ ਛੋਟੇ ਛੋਟੇ ਕਿਰਮ ਚੱਲਦੇ ਨੇ ਤੇ ਉਸ ਸਰੀਰ ਦੀ ਉਸ ਸਾਰੀ ਮਿੱਟੀ ਨੂੰ ਉਹ ਜੀਵ ਖਾ ਜਾਂਦੇ ਨੇ ਤੇ ਆਖਰ ਜੀਵ ਵੀ ਉੱਥੇ ਹੀ ਹੁੰਦੇ ਨੇ ਤੇ ਉੱਥੇ ਹੀ ਉਹ ਮਰ ਜਾਂਦੇ ਨੇ। ਬਸ ਇੱਕ ਸਰੀਰ ਨੂੰ ਕਿਵੇਂ ਉਹਨਾਂ ਨੇ, ਪਰਮੇਸ਼ਵਰ ਨੇ ਕਿਵੇਂ ਬਣਤ ਬਣਾਈ, ਇਸ ਨੂੰ ਪੂਰੇ ਨੂੰ ਖਤਮ ਕਰਨ ਦਾ ਕੀ ਵਸੀਲਾ ਬਣਾਇਆ ਹੈ, ਇਹ ਵੀ ਮਾਲਕ ਆਪ ਜਾਣਦਾ ਹੈ। ਇੱਟ ਸਿਰਹਾਣੇ ਭੋਏ ਸਵਨ ਤੋਂ ਮਤਲਬ ਹੈ ਉਸ ਨੂੰ, ਯਾਨੀ ਫਰੀਦ ਸਾਹਿਬ ਇਸਲਾਮੀ ਮਤ ਦਾ ਜਿਹੜਾ ਖਿਆਲ ਹੈ ਉਹ ਸਾਡੇ ਸਾਹਮਣੇ ਰੱਖਦੇ ਨੇ ਕਿ ਮ੍ਰਿਤਕ ਸਰੀਰ ਨੂੰ ਜ਼ਮੀਨ ਵਿੱਚ ਟੋਆ ਕੱਢ ਕੇ ਦਬਾ ਦਿੱਤਾ ਜਾਂਦਾ ਹੈ, ਮਾਨੋ ਉਹ ਭੋਏ ਤੇ ਸੌਂ ਗਿਆ ਹੈ ਬੰਦਾ। ਕੀੜਾ ਲੜਿਓ ਮਾਸ, ਉਹ ਜਿਹੜਾ ਸਰੀਰ ਜ਼ਮੀਨ ਵਿੱਚ ਦੱਬਿਆ ਹੁੰਦਾ, ਅਖੀਰ ਉਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ ਤੇ ਉਹ ਸਰੀਰ ਪੂਰਨ ਤੌਰ ਤੇ ਬਿਨਸ ਜਾਂਦਾ ਹੈ। ਕੇਤੜਿਆਂ ਯੁੱਗ ਵਾਪਰੇ, ਹੁਣ ਪਤਾ ਨਹੀਂ ਕਿੰਨੇ ਯੁੱਗ ਬੀਤਨੇ ਨੇ, ਕਿਉਂਕਿ ਇਸਲਾਮ ਮੰਨਦਾ ਹੈ ਕਿ ਇੱਕ ਵਕਤ ਆਉਣਾ ਹੈ ਜਦੋਂ ਕਬਰਾਂ ਵਿੱਚੋਂ ਮੁਰਦਿਆਂ ਨੂੰ ਕੱਢਿਆ ਜਾਣਾ ਹੈ ਤੇ ਉਹਨਾਂ ਦਾ ਲੇਖਾ ਜੋਖਾ ਹੋਣਾ ਹੈ ਤੇ ਫਿਰ ਅਗਲਾ ਕੁਝ ਉਹਨਾਂ ਦਾ ਕੀਤਾ ਜਾਣਾ ਹੈ। ਪਤਾ ਨਹੀਂ ਉਹ ਕੀ ਹੋਣਾ ਹੈ, ਪਰ ਇਸ ਤਰ੍ਹਾਂ ਉਹਨਾਂ ਦਾ ਮੰਨਣਾ ਹੈ। ਹੋਣਾ ਕੁਝ ਵੀ ਨਹੀਂ, ਇਸ ਤਰ੍ਹਾਂ ਕੁਝ ਨਹੀਂ ਹੁੰਦਾ।
ਨਾ ਰੱਬ ਨੇ ਕੱਲੇ ਕੱਲੇ ਨੂੰ ਕਿਤੇ ਕਬਰਾਂ ਚੋਂ ਕੱਢਦੇ ਫਿਰਨਾ ਹੈ, ਨਾ ਉਹਨਾਂ ਦਾ ਹਿਸਾਬ ਕਰਦੇ ਫਿਰਨਾ ਹੈ। ਇਸ ਤਰ੍ਹਾਂ ਦਾ ਕੁਝ ਵੀ ਨਹੀਂ, ਪਰ ਇਹ ਲੋਕਾਂ ਦੇ ਖਿਆਲ ਨੇ। ਉਸ ਖਿਆਲ ਨੂੰ ਫਰੀਦ ਸਾਹਿਬ ਸਾਡੇ ਸਾਹਮਣੇ ਰੱਖਦੇ ਨੇ। ਕੇਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ, ਇੱਕੋ ਪਾਸੇ ਹੀ ਪਿਆ ਬੰਦਾ ਹੁਣ ਉਸ ਜ਼ਮੀਨ ਦੇ ਵਿੱਚ, ਕਦੀ ਪਾਸਾ ਵੀ ਨਹੀਂ ਹੁਣ ਬਦਲਣਾ ਉਹਨੇ। ਇਹਦਾ ਮਤਲਬ ਵੀ ਉਹੋ ਹੀ ਹੈ ਕਿ ਇਹ ਸੰਸਾਰ ਨਾਸ਼ਮਾਨ ਹੈ। ਇੱਥੇ ਕਦੀ ਕੋਈ ਥਿਰ ਨਹੀਂ ਰਿਹਾ। ਜਿਹੜਾ ਮਨੁੱਖ ਅੱਜ, ਜਿਵੇਂ ਪਿੱਛੇ ਜੇ ਆਪਾਂ ਪੜ੍ਹਿਆ ਸੀ ਨਾ ਵੀ ਉਹ ਅੱਖਾਂ ਕਿੰਨੀਆਂ ਸੁੰਦਰ ਸਨ, ਜਿਨ੍ਹਾਂ ਦੇ ਵਿੱਚ ਹੁਣ ਪੰਛੀ ਆਲ੍ਹਣੇ ਪਾਈ ਬੈਠੇ ਨੇ। ਬਸ ਉਹ ਕਹਾਣੀ ਹੈ ਜੀ। ਇਸ ਸੰਸਾਰ ਦੇ ਅੰਦਰ ਮਨੁੱਖ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝੀ ਬੈਠਾ ਹੈ ਕਿ ਮੇਰੇ ਤੋਂ ਬਿਨਾਂ ਸ਼ਾਇਦ ਇਹ ਧਰਤੀ ਚੱਲਣੀ ਨਹੀਂ, ਮੈਂ ਹੀ ਹਾਂ ਤੇ ਧਰਤੀ ਚੱਲਦੀ ਏ ਪਈ, ਮੇਰੇ ਕਰਕੇ ਇਹ ਦੁਨੀਆ ਆਬਾਦ ਏ, ਨਹੀਂ ਤੇ ਸ਼ਾਇਦ ਇਹ ਕੁਝ ਵੀ ਨਹੀਂ ਰਹਿ ਜਾਣਾ। ਇਹ ਸਾਡੀ ਆਪਣੀ ਇੱਕ ਸੋਚ ਏ ਤੇ ਇਸ ਸੋਚ ਦੇ ਪਿੱਛੇ ਸਾਡੀ ਹਉਮੈ ਖਲੋਤੀ ਹੁੰਦੀ ਏ। ਪਰ ਇੱਥੇ ਕੁਝ ਵੀ ਨਹੀਂ। ਇੱਥੇ ਤੇ ਪਤਾ ਨਹੀਂ ਭਾਈ ਕਿੰਨੇ ਯੁੱਗ ਫਿਰ ਬੀਤ ਜਾਣੇ ਨੇ, ਇੱਕੋ ਪਾਸੇ ਹੀ ਪਿਆ ਰਹਿਣਾ, ਕਿਸੇ ਨੇ ਹਿੱਲਣਾ ਵੀ ਨਹੀਂ। ਆਵਾਜ਼ ਦਿੱਤਿਆਂ ਵੀ ਅੱਗੋਂ ਆਵਾਜ਼ ਨਹੀਂ ਦੇਣੀ ਕਿਸੇ ਨੇ, ਆਵਾਜ਼ ਮਾਰਿਆਂ ਵੀ ਆਵਾਜ਼ ਨਹੀਂ ਦੇਣੀ ਕਿਸੇ ਨੇ। ਸੋ ਇਸ ਸਰੀਰ ਦੀ ਨਾਸ਼ਮਾਨਤਾ, ਇਸ ਸੰਸਾਰ ਦੀ ਨਾਸ਼ਮਾਨਤਾ ਫਰੀਦ ਸਾਹਿਬ ਜੀ ਨੇ ਸਾਨੂੰ ਇਸ ਸ਼ਲੋਕ ਵਿੱਚ ਸਮਝਾਈ। ਅੱਗੇ ਆਖਦੇ ਨੇ, ਫਰੀਦਾ ਭੰਨੀ ਘੜੀ ਸੁਵੰਨਵੀਂ, ਟੁੱਟੀ ਨਾਗਰ ਲੱਜ। ਇੱਥੇ ਜਿਹੜੀ ਆ ਘੜੀ ਹੈ ਨਾ, ਇਹਦਾ ਮਤਲਬ ਹੈ ਸਾਡਾ ਸਰੀਰ। ਭੰਨੀ ਮਤਲਬ ਭੱਜ ਗਈ। ਫਰੀਦਾ ਭੰਨੀ ਘੜੀ ਸੁਵੰਨਵੀਂ, ਸੁਵੰਨਵੀਂ ਦਾ ਮਤਲਬ ਹੈ ਸੋਹਣਿਆਂ ਰੰਗਾਂ ਵਾਲੀ। ਅਸੀਂ ਸਰੀਰ ਵੀ ਚਲੋ ਰੱਬ ਨੇ ਬੜਾ ਸੋਹਣਾ ਬਣਾਇਆ ਹੈ, ਤੇ ਅਸੀਂ ਉਸ ਨੂੰ ਹੋਰ ਸੋਹਣਾ ਬਣਾਉਣ ਲਈ ਕਈ ਰੰਗ ਰੂਪ ਆਪਣੇ ਸਰੀਰ ਉੱਤੇ ਲਾਉਂਦੇ ਹਾਂ। ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ, ਵੱਖ-ਵੱਖ ਤਰ੍ਹਾਂ ਦੇ ਹਾਰ ਸ਼ਿੰਗਾਰ ਲਾਉਂਦੇ ਹਾਂ ਸਰੀਰ ਉੱਤੇ, ਇਹਨੂੰ ਹੋਰ ਵੀ ਸੋਹਣਾ ਬਣਾਉਂਦੇ ਹਾਂ। ਪਰ ਇਹ ਸੋਹਣੇ ਰੰਗ ਵਾਲੀ ਘੜੀ ਜਦੋਂ ਟੁੱਟਦੀ ਉਦੋਂ ਕੀ ਹੁੰਦਾ ਹੈ? ਟੁੱਟੀ ਨਾਗਰ ਲੱਜ। ਲੱਜ ਕਿਹੜੀ ਏ? ਇਹ ਜਿਹੜੇ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਨੇ, ਇਸ ਸਵਾਸਾਂ ਰੂਪੀ ਲੱਜ ਨੇ ਇਸ ਸਾਡੇ ਸੋਹਣੇ ਸਰੀਰ ਨੂੰ ਜਿੰਦਾ ਰੱਖਿਆ ਹੋਇਆ ਹੈ। ਤੇ ਜਦੋਂ ਇਹ ਨਾਗਰ ਲੱਜ ਮੈਨੇ ਜਿਹੜੀ ਸੋਹਣੀ ਲੱਜ ਪਾਈ ਹੋਈ ਹੈ ਸਵਾਸਾਂ ਰੂਪੀ, ਜਦੋਂ ਇਹ ਟੁੱਟ ਜਾਂਦੀ ਏ, ਸਵਾਸ ਮੁੱਕ ਜਾਂਦੇ ਨੇ, ਉਦੋਂ ਇਹ ਘੜਾ, ਸਰੀਰ ਰੂਪੀ ਘੜਾ ਭੱਜ ਜਾਂਦਾ, ਟੁੱਟ ਜਾਂਦਾ। ਅਜ਼ਰਾਈਲ ਫਰੇਸ਼ਤਾ ਕਹਿ ਘਰ ਨਾਠੀ ਅੱਜ। ਨਾਠੀ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤਾ ਹੈ ਪ੍ਰਾਹੁਣਾ। ਜਿਹੜਾ ਜਦੋਂ ਇਹ ਸਵਾਸਾਂ ਰੂਪੀ ਲੱਜ ਟੁੱਟ ਜਾਂਦੀ ਏ, ਇਹ ਘੜੀ, ਸਰੀਰ ਰੂਪੀ ਘੜੀ ਟੁੱਟ ਜਾਂਦੀ ਏ, ਇਹਦੇ ਵਿੱਚੋਂ ਪ੍ਰਾਣ ਆਖ ਲਈਏ, ਆਤਮਾ ਆਖ ਲਈਏ, ਜੀਵ ਆਖ ਲਈਏ, ਗੁਰਬਾਣੀ ਵਿੱਚ ਉਹਨੂੰ ਹੰਸ ਆਖਿਆ ਗਿਆ ਹੈ। ਉਸ ਹੰਸ ਨੂੰ ਇਸਲਾਮ ਮੰਨਦਾ, ਜਿਹੜਾ ਫਰਿਸ਼ਤਾ ਲੈਣ ਵਾਸਤੇ ਆਉਂਦਾ ਉਹਨੂੰ ਅਜ਼ਰਾਈਲ ਆਖਦੇ ਨੇ, ਇਜ਼ਰਾਈਲ ਵੀ ਆਖਦੇ ਨੇ। ਉਹ ਫਰਿਸ਼ਤਾ ਜਿਹਨੂੰ ਅਸੀਂ ਫਰਿਸ਼ਤਾ ਵੀ ਕਹਿ ਸਕਦੇ ਹਾਂ, ਕਹਿ ਘਰ ਨਾਠੀ ਅੱਜ। ਉਹ ਕਿਹਦੇ ਘਰ ਹੁਣ ਪ੍ਰਾਹੁਣਚਾਰੀ ਕਰੇਗਾ? ਭਾਵ ਹੁਣ ਅਗਲੀ ਵਾਰੀ ਕਿਹਦੀ ਆਉਣੀ ਹੈ? ਇਹਦਾ ਮਤਲਬ ਹੈ ਕਿ ਅਸੀਂ ਸਾਰੇ ਲਾਈਨ 'ਚ ਲੱਗੇ ਹੋਏ ਹਾਂ ਤੇ ਬਸ ਵਾਰੀ ਦੀ ਉਡੀਕ ਹੈ, ਜਿਹਦੀ ਆ ਗਈ ਉਹਨੂੰ ਉਸ ਇਜ਼ਰਾਈਲ ਫਰਿਸ਼ਤੇ ਨੇ ਫੜਨਾ ਹੈ ਤੇ ਸਵਾਸਾਂ ਰੂਪੀ ਲੱਜ, ਇਸ ਡੋਰੀ ਨੂੰ, ਸਵਾਸਾਂ ਰੂਪ ਡੋਰੀ ਨੂੰ ਤੋੜਨਾ ਹੈ ਤੇ ਇਸ ਸਰੀਰ ਰੂਪੀ ਘੜੀ ਨੂੰ ਭੰਨ ਕੇ ਉਹਨੇ ਲੈ ਜਾਣਾ ਹੈ। ਸ਼ਲੋਕ ਨੰਬਰ ਜਿਹੜਾ 69 ਹੈ ਨਾ ਜੀ, ਇਹਦੇ ਨਾਲ ਮਿਲਦਾ ਜੁਲਦਾ। ਵੈਸੇ ਚਾਰੇ ਹੀ ਸ਼ਲੋਕ ਇਕੱਠੇ ਨੇ, ਇਸੇ ਲਈ ਮੈਂ ਇਹ ਚਾਰੇ ਸ਼ਲੋਕ ਲਏ ਨੇ। ਤੇ ਇਹ ਜਿਹੜੇ ਦੋ ਸ਼ਲੋਕ ਨੇ, ਇਹਨਾਂ ਦੀ ਪਹਿਲੀ ਪੰਕਤੀ ਬਿਲਕੁਲ ਇੱਕੋ ਜਿਹੀ ਹੈ, ਉਹਦੇ 'ਚ ਕੋਈ ਵੀ ਫਰਕ ਨਹੀਂ। ਸ਼ਲੋਕ ਨੰਬਰ 69 ਦੀ ਤੇ 68 ਦੀ ਪਹਿਲੀ ਪੰਕਤੀ ਵੇਖੋ, ਕੋਈ ਜਰਾ ਜਿੰਨਾ ਵੀ ਅੰਤਰ ਨਹੀਂ।
ਫਰੀਦਾ ਭੰਨੀ ਘੜੀ ਸੁਵੰਨਵੀਂ, ਟੁੱਟੀ ਟੂਟੀ ਨਾਗਰ ਲੱਜ, ਜੋ ਸੱਜਣ ਭੋਏ ਭਾਰ ਥੇ, ਸੇ ਕਿਉਂ ਆਵੇਂ ਅੱਜ। ਭੋਏ ਭਾਰ ਦਾ ਮਤਲਬ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ, ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਉਹ ਲੋਕ ਜ਼ਮੀਨ ਉੱਤੇ ਭਾਰ ਹੁੰਦੇ ਨੇ ਜਿਹੜੇ ਅਕਿਰਤ ਘਣ ਹੁੰਦੇ ਨੇ। ਅਕਿਰਤ ਘਣ ਦਾ ਮਤਲਬ ਹੁੰਦਾ ਹੈ ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਦੇਵੇ, ਕਿਸੇ ਦੇ ਅਹਿਸਾਨ ਨੂੰ ਯਾਦ ਨਾ ਰੱਖੇ, ਉਸ ਨੂੰ ਅਕਿਰਤ ਘਣ ਆਖਦੇ ਨੇ। ਪ੍ਰਭੂ ਪਿਆਰੇ ਨੇ ਸਾਡੇ ਉੱਤੇ ਕਿੰਨੇ ਅਹਿਸਾਨ ਕੀਤੇ ਨੇ, ਅਸੀਂ ਕਿਵੇਂ ਉਹਨਾਂ ਨੂੰ ਭੁਲਾ ਕੇ ਆਪਣੇ ਅਹੰਕਾਰ ਵਿੱਚ ਸਾਰੀ ਜ਼ਿੰਦਗੀ ਬਿਤਾ ਕੇ ਚਲੇ ਜਾਂਦੇ ਆ ਤੇ ਉਸ ਮਾਲਕ ਨੂੰ ਕਦੇ ਨਹੀਂ ਯਾਦ ਕਰਦੇ ਜਿਸ ਮਾਲਕ ਨੇ ਇੰਨਾ ਸੋਹਣਾ ਸਰੀਰ ਦਿੱਤਾ, ਤੰਦਰੁਸਤ ਅੰਗ ਲਗਾਏ, ਚੰਗੇ ਮਾਤਾ ਪਿਤਾ ਦੇ ਘਰ ਸਾਨੂੰ ਜਨਮ ਦਿੱਤਾ। ਇਹ ਦੁਨੀਆ ਕਿੰਨੀ ਸੁੰਦਰ ਹੈ, ਜਿਹਨੂੰ ਫਰੀਦ ਜੀ ਨੇ ਦੁਨੀ ਸੁਹਾਵਾ ਬਾਗ ਆਖਿਆ ਸੀ। ਇਹ ਕਿੰਨਾ ਸੋਹਣਾ ਬਾਗ ਸਾਨੂੰ ਵੇਖਣ ਲਈ ਉਸ ਮਾਲਕ ਨੇ ਦਿੱਤਾ। ਤੇ ਆ ਜਿਹੜਾ ਨਾ ਯੂਕਰੇਨ ਤੇ ਹਮਲਾ ਕੀਤਾ ਰਸ਼ੀਆ ਨੇ, ਮੈਨੂੰ ਇਉਂ ਲੱਗ ਰਿਹਾ ਸੀ ਕਿ ਅਸੀਂ ਕਿੱਥੇ ਖੜੇ ਹਾਂ। ਇਹ ਲੋਕ ਜ਼ਮੀਨ ਉੱਤੇ ਭਾਰ ਨਹੀਂ ਹਨ ਜਿਹੜੇ ਬੇਦੋਸ਼ੀਆਂ ਨੂੰ ਤੋਪਾਂ ਨਾਲ ਉਡਾ ਰਹੇ ਨੇ, ਇਹ ਅਕਿਰਤ ਘਣ ਹਨ। ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ। ਅੰਤਿਮ ਹੱਲ ਜਿਹੜਾ ਏ ਉਹ ਬੈਠ ਕੇ, ਜਿਹਨੂੰ ਟੇਬਲ ਟਾਕ ਅਸੀਂ ਕਹਿੰਦੇ ਆ, ਉਹਦੇ ਰਾਹੀਂ ਕੀਤਾ ਜਾ ਸਕਦਾ ਹੈ। ਹੋਰ ਕੋਈ ਹੱਲ ਨਹੀਂ ਹੁੰਦਾ ਕਿਸੇ ਲੜਾਈ ਦਾ। ਆਪਣੀ ਤੇ ਜੀ ਪੰਜਾਬੀ ਦੀ ਕਹਾਵਤ ਏ, ਕਹਿੰਦੇ ਹੁੰਦੇ ਨੇ ਲੜਾਈ ਦਾ ਤੇ ਲੱਸੀ ਦਾ ਕੀ ਵਧਾਉਣਾ, ਜਿੰਨੀ ਮਰਜ਼ੀ ਵਧਾ ਲਓ। ਲੱਸੀ 'ਚ ਪਾਣੀ ਪਾਈ ਜੋ, ਹੋਰ ਪਾਈ ਜੋ, ਹੋਰ ਪਾਈ ਜੋ, ਜਿੰਨੀ ਮਰਜ਼ੀ ਵਧਾ ਲਓ। ਲੜਾਈ ਨੂੰ ਨਾ ਮੁੱਕਣ ਦਿਓ ਤੇ ਭਾਵੇਂ ਸਾਰੀ ਉਮਰ ਲੜੀ ਜੋ ਲੋਕਾਂ ਨਾਲ। ਪਰ ਜੇ ਵਿਚਾਰ ਕਰੋ ਤੇ ਵੱਡੇ ਤੋਂ ਵੱਡੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਸਿਆਣਿਆਂ ਦਾ ਮਤ ਹੈ ਜੀ, ਵਿਦਵਾਨ ਲੋਕਾਂ ਦਾ। ਉਹ ਕਹਿੰਦੇ ਨੇ ਇਸ ਦੁਨੀਆ ਵਿੱਚ ਇੱਕ ਵੀ ਇਹੋ ਜਿਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ। ਜਿਸ ਦਾ ਹੱਲ ਨਾ ਹੋ ਸਕੇ ਉਹ ਮਸਲਾ ਹੁੰਦਾ ਹੀ ਨਹੀਂ। ਦੁਨੀਆ ਦੇ ਹਰ ਮਸਲੇ ਦਾ ਹੱਲ ਹੁੰਦਾ ਏ, ਲੇਕਿਨ ਇਹ ਜਿਹੜੇ ਅਕਿਰਤ ਘਣ ਲੋਕ ਨੇ, ਇਹ ਉਹ ਹੱਲ ਤੱਕ ਕਿਸੇ ਨੂੰ ਨਾ ਆਪ ਪਹੁੰਚਦੇ ਨੇ, ਨਾ ਪਹੁੰਚਣ ਦਿੰਦੇ ਨੇ। ਜੋ ਸੱਜਣ ਭੋਏ ਭਾਰ ਥੀਏ, ਇਹ ਹਨ ਭੋਏ ਉੱਤੇ ਭਾਰ, ਜਿਹੜੇ ਨਾ ਆਪ ਸੁੱਖ ਦੀ ਨੀਂਦ ਸੌਣਾ ਚਾਹੁੰਦੇ ਨੇ ਤੇ ਨਾ ਲੋਕਾਂ ਨੂੰ ਆਰਾਮ ਦੀ ਜ਼ਿੰਦਗੀ ਜਿਉਣ ਦਿੰਦੇ ਨੇ। ਸੇ ਕਿਉਂ ਆਵੇਂ ਅੱਜ। ਇੱਥੇ ਅੱਜ ਦਾ ਮਤਲਬ ਹੈ ਮਨੁੱਖਾ ਜਨਮ। ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਤਰ੍ਹਾਂ ਹੀ ਇਹਦੇ ਅਰਥ ਕੀਤੇ ਨੇ। ਭਈ ਫਿਰ ਉਹ ਕਿਵੇਂ ਮਨੁੱਖਾ ਜਨਮ ਦੀ ਆਸ ਰੱਖ ਸਕਦੇ ਨੇ ਜੇ ਹੁਣ ਸਾਨੂੰ ਮਾਲਕ ਨੇ ਜਨਮ ਦਿੱਤਾ, ਅਸੀਂ ਹੁਣ ਇਸ ਦੀ ਕਦਰ ਨਾ ਕੀਤੀ ਤੇ ਫਿਰ ਦੁਬਾਰਾ ਆਸ ਰੱਖੀਏ ਤੇ ਕੀ ਮੂਰਖਤਾਈ ਨਹੀਂ, ਪਾਗਲਪਨ ਨਹੀਂ? ਇਸ ਤੋਂ ਵਧੀਆ ਮੌਕਾ ਕਦੋਂ ਮਿਲੇਗਾ? ਇਹ ਇੰਨਾ ਸੋਹਣਾ ਮੌਕਾ ਸਾਨੂੰ ਕੱਲਿਆਂ ਨੂੰ ਨਹੀਂ, ਜਿਹੜੇ ਆਪਾਂ ਇੱਥੇ ਬੈਠੇ, ਪੂਰੀ ਦੁਨੀਆ ਦੇ ਲੋਕਾਂ ਨੂੰ ਇੰਨਾ ਸੋਹਣਾ ਮੌਕਾ ਦਿੱਤਾ ਕਿ ਤੁਸੀਂ ਇਸ ਸੋਹਣੇ ਬਾਗ ਨੂੰ ਹੋਰ ਸੋਹਣਾ ਬਣਾਓ। ਫਲਾਂ ਤੇ ਫੁੱਲਾਂ ਦਾ ਬਾਗ ਹੋਵੇ ਕਿ ਉਹਦੀ ਸੁੰਦਰਤਾ ਨੂੰ ਹੋਰ ਨਹੀਂ ਵਧਾਇਆ ਜਾ ਸਕਦਾ? ਉਹਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਹ ਸੋਹਣੇ ਬਾਗ ਨੂੰ ਅਸੀਂ ਸੋਹਣਾ ਬਣਾਉਣਾ ਸੀ, ਲੇਕਿਨ ਅਸੀਂ ਇਸ ਨੂੰ ਉਜਾੜਨ ਤੇ ਤੁਲੇ ਹੋਏ ਹਾਂ। ਨਿਊਕਲੀਅਰ ਬੰਬ ਬਣਾ ਲਏ, ਐਟਮ ਬੰਬ ਬਣਾ ਲਏ, ਵੱਡੀਆਂ ਵੱਡੀਆਂ ਮਿਜ਼ਾਈਲਾਂ ਬਣਾ ਲਈਆਂ। ਇਸ ਧਰਤੀ ਦਾ ਤੇ ਧਰਤੀ ਉੱਤੇ ਵਸਣ ਵਾਲੇ ਜੀਵਾਂ ਦਾ ਨਾਸ਼ ਕਰਨ ਤੇ, ਇਹਨਾਂ ਨੂੰ ਬਰਬਾਦ ਕਰਨ ਤੇ ਕੁਝ ਲੋਕ ਤੁਲੇ ਹੋਏ ਨੇ। ਕਿੰਨਾ ਸੋਹਣਾ ਸਮਾਂ ਅਸੀਂ ਪ੍ਰਭੂ ਦੀ ਭਗਤੀ ਕਰਕੇ ਆਪ ਉਹਦੇ ਵਿੱਚ ਲੀਨ ਹੋਣਾ ਸੀ ਤੇ ਦੂਜਿਆਂ ਨੂੰ ਲੀਨ ਹੋਣ ਲਈ ਪ੍ਰੇਰਨਾ ਦੇਣੀ ਸੀ, ਉਹਨਾਂ ਨੂੰ ਇੱਕ ਮੌਕਾ ਦੇਣਾ ਸੀ
ਕਿ ਭਾਈ ਤੁਸੀਂ ਵੀ ਆਪਣੇ ਜੀਵਨ ਨੂੰ ਇਸ ਮਾਨਸਿਕ ਅਵਸਥਾ ਨੂੰ ਹੋਰ ਉੱਚਾ ਉਠਾ ਕੇ ਮਾਨਸਿਕ ਅਵਸਥਾ ਤੋਂ ਅਸੀਂ ਆਤਮਿਕ ਅਵਸਥਾ ਤੱਕ ਜਾਣਾ ਹੈ। ਸਾਡੀਆਂ 3 ਅਵਸਥਾਵਾਂ ਨੇ ਜੀ। ਇੱਕ ਸਾਡੀ ਸਰੀਰਕ ਅਵਸਥਾ ਹੁੰਦੀ ਏ, ਇੱਕ ਸਾਡੀ ਮਾਨਸਿਕ ਅਵਸਥਾ ਹੁੰਦੀ ਏ ਤੇ ਇੱਕ ਸਾਡੀ ਆਤਮਿਕ ਅਵਸਥਾ ਹੁੰਦੀ ਏ। ਇਹ ਸਰੀਰਕ ਅਵਸਥਾ ਤੋਂ ਸਾਡੀ ਇਹ ਜੀਵਨ ਦਾ ਸਫ਼ਰ ਸ਼ੁਰੂ ਹੁੰਦਾ ਹੈ ਤੇ ਆਤਮਿਕ ਅਵਸਥਾ ਸਾਡੀ ਮੰਜ਼ਿਲ ਹੈ। ਉੱਥੇ ਅਸੀਂ ਪਹੁੰਚਣਾ ਸੀ। ਪਰ ਜੇ ਅਸੀਂ ਇਹੋ ਜਿਹੇ ਕੰਮਾਂ 'ਚ ਲੱਗੇ ਰਹੇ ਤੇ ਉੱਥੇ ਅਸੀਂ ਕਦੋਂ ਪਹੁੰਚਾਂਗੇ ਆਪਣੀ ਮੰਜ਼ਿਲ ਤੇ? ਸੇ ਕਿਉਂ ਆਵੇਂ ਅੱਜ? ਕਦੋਂ ਉਹਨਾਂ ਨੂੰ ਦੁਬਾਰਾ ਮਨੁੱਖਾ ਜਨਮ ਮਿਲੇਗਾ ਪਤਾ ਹੀ ਨਹੀਂ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਪਰ ਚਲੋ ਜਿਹੜੇ ਇਸ ਪਾਸੇ ਲੱਗੇ ਨੇ ਲੱਗੇ ਰਹਿਣ, ਪਰ ਜਿਹੜੇ ਗੁਰੂ ਵਾਲੇ ਪਾਸੇ ਪਰਮਾਰਥ ਵਾਲੇ ਪਾਸੇ ਲੱਗੇ ਲੋਕ ਨੇ, ਭਾਈ ਤੁਸੀਂ ਸਾਰੇ ਜਣੇ ਹੋਰ ਚੰਗੇ ਬਣੋ, ਹੋਰ ਚੰਗਾ ਜੀਵਨ ਜੀਵੋ ਤੇ ਆਪਣੇ ਆਂਢ ਗੁਆਂਢ ਵਿੱਚ ਕੁਛ ਚੰਗਿਆਂ ਹੋਣ ਲਈ, ਕੁਛ ਚੰਗਿਆਂ ਕਰਨ ਲਈ ਉਦਮਸ਼ੀਲ ਰਿਹਾ ਕਰੋ, ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲ ਜੀਵਨ ਬਣ ਸਕੇ। ਅੱਜ ਆਪ ਜੀ ਦੇ ਨਾਲ ਇੰਨੇ ਕੁ ਬਚਨ ਕੀਤੇ ਨੇ। ਤੁਸੀਂ ਸਾਰਿਆਂ ਨੇ ਬੜੇ ਪਿਆਰ ਨਾਲ ਬੈਠ ਕੇ ਸੁਣਿਆ ਹੈ। ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਐਤਵਾਰ ਨੂੰ ਫਿਰ ਮਿਲਾਂਗੇ। ਐਤਵਾਰ ਆਪਾਂ ਸਿੱਧ ਗੋਸ਼ਟ ਉੱਤੇ ਗੱਲ ਕਰਨੀ ਹੈ। ਜੇ ਤੁਹਾਨੂੰ ਵੀ ਸਮਾਂ ਮਿਲੇ ਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।